ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ। ਅੱਜ ਆਪਾਂ ਰਾਜੇ 8th ਕਲਾਸ ਦਾ ਚੈਪਟਰ ਨੰਬਰ 2 ਸਟਾਰਟ ਕਰ ਰਹੇ ਹਾਂ। ਦੈਟ ਇਜ਼ ਮਾਈਕਰੋ ਆਰਗੇਨਿਜ਼ਮ ਫਰੈਂਡ ਐਂਡ ਫੋਏ। ਮਤਲਬ ਮਾਈਕਰੋ ਆਰਗੇਨਿਜ਼ਮ ਕੀ ਹੁੰਦੇ ਨੇ, ਆਲ ਅਬਾਊਟ ਇਟ ਆਪਾਂ ਸਾਰਾ ਕੁਛ ਇਹਦੇ ਵਿੱਚ ਡਿਟੇਲ ਨਾਲ ਪੜ੍ਹਾਂਗੇ। ਤਾਂ ਇਹ ਆਪਣਾ ਫਸਟ ਪਾਰਟ ਹੀ ਹੈ ਜੀ ਇਸ ਲੈਸਨ ਦਾ, ਅਤੇ ਇਹ ਜਿਹੜਾ ਚੈਪਟਰ ਆ ਉਹ ਅਲੱਗ-ਅਲੱਗ ਪਾਰਟ ਦੇ ਵਿੱਚ ਆਏਗਾ। ਤਾਂ ਨਾਓ ਵੀ ਸਟਾਰਟ ਵਿਦ You have seen several kinds of plants and animals. However, there are other living organisms around us which we normally cannot see. These are called microorganisms or microbes. ਕਹਿੰਦੇ ਆਪਾਂ ਕੀ ਆ ਆਪਣੇ ਨੇੜੇ ਤੇੜੇ ਚਾਰ ਸਫੇਰੇ ਕੀ ਆ ਬਹੁਤ ਸਾਰੇ ਤਰ੍ਹਾਂ ਦੇ ਪਲਾਂਟ ਤੇ ਐਨੀਮਲਸ ਵੀ ਪ੍ਰੈਜ਼ੈਂਟ ਹੁੰਦੇ ਆ। ਕਹਿੰਦੇ ਹਾਊਐਵਰ ਦੇਅਰ ਆਰ ਅਦਰ ਲਿਵਿੰਗ ਆਰਗੇਨਿਜ਼ਮ, ਕਹਿੰਦੇ ਕਿ ਆ ਇਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਲਿਵਿੰਗ ਆਰਗੇਨਿਜ਼ਮ ਨੇ ਜਿਹੜੇ ਕਿ ਸਾਡੇ ਆਲੇ ਦੁਆਲੇ ਪ੍ਰੈਜ਼ੈਂਟ ਨੇ, ਜਿਹੜੇ ਕਿ ਵਿਚ ਵੀ ਨਾਰਮਲੀ ਕੈਨ ਨਾਟ ਸੀ, ਜਿਨ੍ਹਾਂ ਨੂੰ ਕਿ ਆਪਾਂ ਨਾਰਮਲੀ ਜਿਵੇਂ ਅਦਰ ਪਲਾਂਟ ਐਨੀਮਲਸ ਨੂੰ ਦੇਖ ਸਕਦੇ ਆਪਾਂ ਨਹੀਂ ਦੇਖ ਸਕਦੇ, ਮਤਲਬ ਬਹੁਤ ਬਰੀਕ ਹੁੰਦੇ ਨੇ। ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਮਾਈਕਰੋ ਆਰਗੇਨਿਜ਼ਮ ਜਾਂ ਮਾਈਕਰੋਬਸ। For example, you might have observed that during the rainy season, moist bread gets spoiled and its surface gets covered with greenish white patches. ਠੀਕ ਹੈ, ਕਹਿੰਦੇ ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਕੀ ਹੈ ਦੇਖਿਆ ਹੋਊਗਾ ਵੀ ਜਦੋਂ ਜ਼ਿਆਦਾਤਰ ਮੀਂਹ ਵਾਲਾ ਸੀਜ਼ਨ ਹੁੰਦਾ ਤਾਂ ਜਿਹੜੇ ਮੋਇਸਟ ਬ੍ਰੈਡ, ਜਿਹੜੇ ਮਤਲਬ ਬ੍ਰੈਡ ਹੁੰਦੇ ਆ ਜਦੋਂ ਮੋਇਸਟ ਹੋ ਜਾਂਦੇ ਆ, ਠੀਕ ਹੈ, ਮਤਲਬ ਵਾਟਰ ਦੇ ਕੰਟੈਕਟ ਵਿੱਚ ਆ ਜਾਂਦੇ ਆ ਤਾਂ ਕੀ ਆ ਉਹ ਕੀ ਸਪੋਇਲਟ ਹੋ ਜਾਂਦੇ, ਮਤਲਬ ਖਰਾਬ ਹੋਣੇ ਕੀ ਸ਼ੁਰੂ ਹੋ ਜਾਂਦੇ ਆ। ਐਂਡ ਇਟਸ ਸਰਫੇਸ, ਜਿਹੜਾ ਇਹਦਾ ਸਰਫੇਸ ਆ ਉਹ ਕੀ ਆ ਗ੍ਰੇਸ਼ ਵਾਈਟ ਪੈਚਸ, ਮਤਲਬ ਉਹਦੇ ਸਰਫੇਸ 'ਤੇ ਕੀ ਆ ਇੱਕ ਪੈਚਸ ਜਿਹੜੇ ਕਿ ਸਲੇਟੀ ਕਲਰ ਦੇ ਆਉਣੇ ਸ਼ੁਰੂ ਹੋ ਜਾਂਦੇ ਆ, ਗਰੋ ਹੋ ਜਾਂਦੇ ਆ। ਅਬਜ਼ਰਵ ਦੀਜ਼ ਪੈਚਸ ਥਰੂ ਆ ਮੈਗਨੀਫਾਈਂਗ ਗਲਾਸ, ਜਿਹੜੇ ਇਹ ਪੈਚਸ ਹੁੰਦੇ ਨੇ ਇਹਨਾਂ ਨੂੰ ਕਿ ਆਪਾਂ ਮੈਗਨੀਫਾਈ ਗਲਾਸ ਦੀ ਹੈਲਪ ਨਾਲ ਕੀ ਅਬਜ਼ਰਵ ਕਰ ਸਕਦੇ ਹਾਂ ਜੀ, ਮਤਲਬ ਦੇਖ ਸਕਦੇ ਹਾਂ। ਯੂ ਵਿਲ ਸੀ ਟਿਨੀ ਮਤਲਬ ਬਹੁਤ ਛੋਟੇ, ਬਲੈਕ ਰਾਊਂਡ ਸਟਰਕਚਰ, ਬਲੈਕ ਕਲਰ ਦੇ, ਐਂਡ ਰਾਊਂਡ ਸਟਰਕਚਰ ਮਤਲਬ ਸਰਕੂਲਰ, ਠੀਕ ਹੈ, ਗੋਲ ਹੁੰਦੇ ਆ, ਬਹੁਤ ਛੋਟੇ ਹੁੰਦੇ ਆ। ਕਿਹੜੇ ਕਲਰ ਦੇ ਹੁੰਦੇ ਆ? ਬਲੈਕ ਹੁੰਦੇ ਆ। ਡੂ ਯੂ ਨਾਓ ਵਟ ਦੀਜ਼ ਸਟਰਕਚਰਸ ਆਰ ਐਂਡ ਵੇਅਰ ਡੂ ਦੀਜ਼ ਕਮ ਫਰੋਮ, ਕਹਿੰਦੇ ਕੀ ਤੁਹਾਨੂੰ ਪਤਾ ਹੈ ਕਿੱਥੋਂ ਆਏ, ਠੀਕ ਹੈ ਜੀ। ਤਾਂ ਮਾਈਕਰੋ ਆਰਗੇਨਿਜ਼ਮ ਐਕਟੀਵਿਟੀ 1, collect some moist soil from the field in a beaker and add water to it, ਕਹਿੰਦੇ ਕੀ ਆ ਮੋਇਸਟ ਸੋਇਲ ਲੈ ਲਓ, ਮਤਲਬ ਜਿਹੜੀ ਕਿ ਨਮੀ ਵਾਲੀ ਹੋਊਗੀ, ਫਿਰ ਕੀ ਆ ਉਹਦੇ ਵਿੱਚ ਕੀ ਆ ਮਤਲਬ ਮੋਇਸਟ ਸੋਇਲ ਨੂੰ ਲਿਆ, ਬੀਕਰ ਸਾਰਿਆਂ ਨੂੰ ਪਤਾ ਇੱਕ ਕੰਟੇਨਰ ਹੁੰਦਾ ਜੀ, ਉਹਦੇ ਵਿੱਚ ਆਪਾਂ ਮੋਇਸਟ ਸੋਇਲ ਲਵਾਂਗੇ, ਫਿਰ ਉਹਦੇ ਵਿੱਚ ਕੀ ਆਪਾਂ ਪਾਣੀ ਐਡ ਕਰਾਂਗੇ। ਪਾਣੀ ਐਡ ਕਰਨ ਤੋਂ ਬਾਅਦ ਆਪਾਂ ਕੀ ਹੈ ਜਿਹੜੀ ਸੋਇਲ ਪਾਰਟੀਕਲਸ ਆ ਉਹਨਾਂ ਨੂੰ ਕੀ ਸੈਟਲ ਡਾਊਨ ਹੋਣ ਦੇ ਲਈ ਆਪਾਂ ਥੋੜ੍ਹਾ ਟਾਈਮ ਦੇਵਾਂਗੇ। ਮਤਲਬ ਮੋਇਸਚਰ ਸੋਇਲ ਲਈ ਬੀਕਰ ਦੇ ਵਿੱਚ, ਦੈਨ ਵਾਟਰ ਐਡ ਕੀਤਾ, ਮਿਕਸ ਕੀਤਾ ਪ੍ਰੋਪਰਲੀ, ਫਿਰ ਆਪਾਂ ਕੀ ਕਰਾਂਗੇ ਉਹਨੂੰ ਕਿ 2 ਮਿੰਟ ਲਈ ਰੱਖ ਦਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੋਊਗਾ, ਜਿਹੜੇ ਮਤਲਬ ਆਪਾਂ ਸੋਇਲ ਲਈ ਆ ਉਹ ਕੀ ਹੋ ਜੂਗੀ, ਸੈਟਲ ਡਾਊਨ ਹੋ ਜੂਗੀ, ਮਤਲਬ ਉਹ ਕੀ ਆ ਨੀਚੇ ਬਹਿ ਜੂਗੀ। ਅਬਜ਼ਰਵ ਅ ਡ੍ਰੌਪ ਆਫ ਵਾਟਰ ਫਰੋਮ ਦਾ ਬੀਕਰ ਅੰਡਰ ਅ ਮਾਈਕਰੋਸਕੋਪ, ਹੁਣ ਸਾਰਿਆਂ ਨੂੰ ਮਾਈਕਰੋਸਕੋਪ ਪਤਾ ਨਾ, ਜਿਹਦੇ ਅੰਡਰ ਆਪਾਂ ਕੋਈ ਵੀ ਚੀਜ਼ ਬਰੀਕ ਚੀਜ਼ ਰੱਖਦੇ ਹਾਂ ਤਾਂ ਉਹ ਕਿ ਆਪਾਂ ਨੂੰ ਈਜ਼ਲੀ ਵਿਜ਼ੀਬਲ ਹੋ ਜਾਂਦੀ ਹੈ, ਜਿਹੜੀ ਕਿ ਆਪਾਂ ਨੋਰਮਲ ਆਈ ਦੇ ਨਾਲ ਡਿਟੈਕਟ ਨਹੀਂ ਕਰ ਸਕਦੇ। ਉਸ ਤੋਂ ਬਾਅਦ ਆਪਾਂ ਉਹ ਬੀਕਰ ਦੇ ਵਿੱਚੋਂ ਇੱਕ ਡ੍ਰੌਪ ਲਵਾਂਗੇ ਪਾਣੀ ਦੀ, ਠੀਕ ਹੈ ਜੀ, ਉਹਨੂੰ ਸਲਾਈਡ ਇੱਕ ਉਹ ਹੁੰਦਾ, ਸੌਰੀ ਆਪਾਂ ਯੂਜ਼ ਕਰਦੇ ਹਾਂ ਲੈਬ ਦੇ ਵਿੱਚ ਕਿਸੇ ਵੀ ਚੀਜ਼ ਨੂੰ ਜੇ ਆਪਾਂ ਮਾਈਕਰੋਸਕੋਪ ਅੰਡਰ ਡਿਟੈਕਟ ਕਰਨਾ ਤਾਂ ਆਪਾਂ ਉਹਨੂੰ ਪਹਿਲਾਂ ਸਲਾਈਡ ਦੇ ਉੱਪਰ ਪਲੇਸ ਕਰਾਂਗੇ। ਤਾਂ ਉਹਨੂੰ ਸਲਾਈਡ ਉੱਪਰ ਰੱਖਣ ਤੋਂ ਬਾਅਦ ਆਪਾਂ ਕੀ ਕਰਾਂਗੇ, ਮਾਈਕਰੋਸਕੋਪ ਅੰਡਰ ਸਲਾਈਡ ਰੱਖਾਂਗੇ। ਤਾਂ ਮਤਲਬ ਜਿਹੜਾ ਮਟੀਰੀਅਲ ਆਪਾਂ ਸਲਾਈਡ ਉੱਪਰ ਰੱਖਿਆ ਉਹਦੇ 'ਤੇ ਜਿਹੜਾ ਆਪਾਂ ਮਟੀਰੀਅਲ ਰੱਖਿਆ ਆਪਾਂ ਉਹਨੂੰ ਈਜ਼ਲੀ ਕੀ ਦੇਖ ਸਕਦੇ ਹਾਂ ਅੰਡਰ ਅ ਮਾਈਕਰੋਸਕੋਪ। ਨੈਕਸਟ ਐਕਟੀਵਿਟੀ ਇਹਨਾਂ ਨੇ ਕੀ ਕਹੀ ਆ, ਟੇਕ ਅ ਫਿਊ ਡ੍ਰੌਪਸ ਆਫ ਵਾਟਰ ਫਰੋਮ ਅ ਪੌਂਡ, ਸੇਮ ਵੀ ਕਿਸੇ ਪੌਂਡ ਤੋਂ, ਠੀਕ ਹੈ, ਛੱਪੜ ਤਲਾਬ ਤੋਂ ਕੀ ਆ ਵਾਟਰ ਦੀਆਂ ਡ੍ਰੌਪਸ ਲੈ ਲਓ, ਠੀਕ ਹੈ, ਉਹਨੂੰ ਗਲਾਸ ਸਲਾਈਡ ਉੱਪਰ ਸਪਰੈਡ ਕਰ ਦਿਓ ਅਤੇ ਉਹਨੂੰ ਕੀ ਆ ਮਾਈਕਰੋਸਕੋਪ ਦੇ ਅੰਡਰ ਦੇਖ ਲਓ। ਐਗਜ਼ਾਮਪਲ ਕੀ ਆ ਸੇਮ ਆ, ਉਹ ਆਪਾਂ ਵਾਟਰ ਕੀ ਆ ਕੰਟੈਮੀਨੇਟ ਕੀਤਾ, ਸੋਇਲ ਪਾਣੀ ਨੂੰ ਮਿਕਸ ਕੀਤਾ, ਇਹਦੇ ਵਿੱਚ ਆਪਾਂ ਡ੍ਰੌਪ ਹੀ ਉੱਥੋਂ ਲੈ ਰਹੇ ਹਾਂ, ਠੀਕ ਹੈ ਜੀ। ਨੈਕਸਟ
These observations show that water and soil are full of tiny organism। ਕਹਿੰਦੇ ਜਦੋਂ ਆਪਾਂ ਇਹਨਾਂ ਨੂੰ ਅਬਜ਼ਰਵ ਕਰਾਂਗੇ ਮਾਈਕਰੋਸਕੋਪ ਦੇ ਨੀਚੇ ਤਾਂ ਆਪਾਂ ਕੀ ਦੇਖਾਂਗੇ, ਆਪਾਂ ਦੇਖਾਂਗੇ ਜਿਹੜਾ ਸੋਇਲ ਆ ਉਹਦੇ ਵਿੱਚ ਕੀ ਫੁੱਲ ਆਫ ਟਿਨੀ, ਮਤਲਬ ਬਹੁਤ ਛੋਟੇ ਛੋਟੇ ਆਰਗੇਨਿਜ਼ਮਸ ਦੇ ਨਾਲ ਜਿਹੜੀ ਉਹ ਵਾਟਰ ਅਤੇ ਸੋਇਲ ਦੀ ਡਰੋਪ ਆ ਉਹ ਕੀ ਆ ਬਹੁਤ ਫੁੱਲ ਆ, ਉਹ 'ਚ ਬਹੁਤ ਸਾਰੇ ਟਿਨੀ ਆਰਗੇਨਿਜ਼ਮ ਪ੍ਰੈਜ਼ੈਂਟ ਆ। though not all of them falls into the category of microbes। ਕਹਿੰਦੇ ਹੁਣ ਆਪਾਂ ਦੇਖ ਲਏ ਮਾਈਕਰੋਸਕੋਪ ਅੰਡਰ, ਕਹਿੰਦੇ ਪਰ ਇਹ ਸਾਰੇ ਹੀ ਮਾਈਕਰੋਬਸ ਨਹੀਂ ਹੋਣਗੇ, ਠੀਕ ਹੈ ਜੀ। these micro organism or microbes are small in size and they cannot be seen with the unaided eyes। ਆਪਾਂ ਕੀ ਆ ਇਹਨੂੰ ਇਹ ਬਹੁਤ ਜ਼ਿਆਦਾ ਸਮਾਲ ਹੁੰਦੇ ਆ, ਇਸ ਕਰਕੇ ਆਪਾਂ ਇਹਨੂੰ ਕਿ ਨੋਰਮਲ ਆਈ ਦੇ ਨਾਲ ਨਹੀਂ ਦੇਖ ਸਕਦੇ। some of these such as fungus that grows on bread can be seen with the magnifying glass। ਕਹਿੰਦੇ ਕਿ ਇਹਨਾਂ ਵਿੱਚੋਂ ਕੁਛ ਕੀ ਹੁੰਦੇ ਆ, ਫੰਗਸ ਹੁੰਦੇ ਨੇ ਜਿਹੜੇ ਕਿ ਇਹ ਬ੍ਰੈਡ ਦੇ ਉੱਤੇ ਗਰੋ ਕਰਨਗੇ, ਜਿਨ੍ਹਾਂ ਨੂੰ ਆਪਾਂ ਮੈਗਨੀਫਾਈਂਗ ਗਲਾਸ ਦੀ ਹੈਲਪ ਨਾਲ ਦੇਖ ਸਕਦੇ ਹਾਂ। others cannot be seen without the help of a microscope। ਕਹਿੰਦੇ ਫੰਗਸ ਹੀ ਇਹੋ ਜਿਹਾ ਜਿਹੜਾ ਮਾਈਕਰੋਬਸ ਦੀ ਸਪੀਸ਼ੀ ਆ ਜਾਂ ਟਾਈਪ ਆ ਜਿਹਨੂੰ ਆਪਾਂ ਮੈਗਨੀਫਾਈਂਗ ਗਲਾਸ ਨਾਲ ਅਬਜ਼ਰਵ ਕਰ ਸਕਦੇ ਹਾਂ। ਐਨੀਵੇ ਆਪਾਂ ਹੋਰ ਕਿਸੇ ਨੂੰ ਵੀ ਬੈਕਟੀਰੀਆ ਮਾਈਕਰੋ ਆਰਗੇਨਿਜ਼ਮ ਨੂੰ ਮਾਈਕਰੋਸਕੋਪ ਦੀ ਹੈਲਪ ਤੋਂ ਬਿਨਾਂ ਆਪਾਂ ਦੇਖ ਹੀ ਨਹੀਂ ਸਕਦੇ, ਮਤਲਬ ਜੇ ਆਪਾਂ ਉਹਨਾਂ ਨੂੰ ਦੇਖਣਾ ਤਾਂ ਆਪਾਂ ਨੂੰ ਮਾਈਕਰੋਸਕੋਪ ਦੀ ਹੈਲਪ ਕਰਨੀ ਪਏਗੀ। that is why these are called microorganism or microbes। ਇਹੀ ਰੀਜ਼ਨ ਆ ਕਿ ਇਹਨਾਂ ਨੂੰ ਮਾਈਕਰੋ ਆਰਗੇਨਿਜ਼ਮ ਕਿਹਾ ਜਾਂਦਾ ਜਾਂ ਮਾਈਕਰੋਬਸ ਕਿਹਾ ਜਾਂਦਾ। ਕਿਉਂ? ਕਿਉਂਕਿ ਇਹਨਾਂ ਨੂੰ ਦੇਖਣ ਦੇ ਲਈ ਮਾਈਕਰੋਸਕੋਪ ਦੀ ਹੈਲਪ ਲੈਣੀ ਪੈਂਦੀ ਹੈ। ਮਾਈਕਰੋ ਆਰਗੇਨਿਜ਼ਮਸ ਆਰ ਕਲਾਸੀਫਾਈਡ ਇਨਟੂ 4 ਮੇਜਰ ਗਰੁੱਪਸ। these groups are bacteria, fungi, protozoa and some algae। ਠੀਕ ਹੈ ਜੀ। ਹੁਣ ਆਪਾਂ ਕਹਿਤਾ ਵੀ ਹਾਂ ਜਿਹੜੇ ਕੀ ਆ ਆਪਾਂ ਨੋਰਮਲ ਆਈ ਨਾਲ ਡਿਟੈਕਟ ਨਹੀਂ ਕਰ ਸਕਦੇ ਉਹਨਾਂ ਨੂੰ ਮਾਈਕਰੋ ਆਰਗੇਨਿਜ਼ਮ ਕਹਿਤਾ। ਹੁਣ ਉਹਦੀਆਂ ਵੀ ਕੀ ਆ ਅੱਗੇ ਟਾਈਪਸ ਨੇ। ਪਹਿਲੀ ਕੀ ਆ ਬੈਕਟੀਰੀਆ, ਸੈਕਿੰਡ ਫੰਜਈ, ਥਰਡ ਪ੍ਰੋਟੋਜ਼ੋਆ ਐਂਡ ਫੋਰਥ ਇਜ਼ ਐਲਗੀ ਐਂਡ last one is virus। viruses are also microscopic। they however reproduce only inside the cells of the host organisms। ਕਹਿੰਦੇ ਜਿਹੜੇ ਵਾਇਰਸ ਆ ਉਹ ਵੀ ਮਾਈਕਰੋਸਕੋਪਿਕ ਆ, ਮਤਲਬ ਮਾਈਕਰੋਸਕੋਪ ਦੇ ਅੰਡਰ ਵਿਜ਼ੀਬਲ ਆ, ਪਰ ਇਹ ਕੀ ਆ ਹੋਸਟ ਆਰਗੇਨਿਜ਼ਮ ਦੇ ਅੰਦਰ ਰੀਪਰੋਡਿਊਸ ਕਰਦੇ ਆ, ਵਿਚ ਮੇ ਵੀ ਬੈਕਟੀਰੀਅਮ, ਪਲਾਂਟ ਔਰ ਐਨੀਮਲ। ਜਿਹੜਾ ਹੋਸਟ ਆਰਗੇਨਿਜ਼ਮ ਹੋਊਗਾ, ਹੋਸਟ ਸਮਝਦੇ ਹੋ ਮਤਲਬ ਜਿਹੜਾ ਆਪ ਵੀ ਆਰਗੇਨਿਜ਼ਮ ਆ ਅਤੇ ਦੂਸਰੇ ਨੂੰ ਵੀ ਰਹਿਣ ਦੇ ਲਈ ਕਿ ਜਗ੍ਹਾ ਪ੍ਰੋਵਾਈਡ ਕਰਾ ਰਿਹਾ, ਦੈਟ ਇਜ਼ ਹੋਸਟ ਆਰਗੇਨਿਜ਼ਮਸ। ਠੀਕ ਹੈ ਜੀ। ਤਾਂ ਜਿਹੜਾ ਵਾਇਰਸ ਆ ਉਹਨੂੰ ਗਰੋ ਕਰਨ ਦੇ ਲਈ ਕੀ ਆ ਇੱਕ ਹੋਸਟ ਚਾਹੀਦਾ, ਉਹਨੂੰ ਰਹਿਣ ਦੇ ਲਈ ਜਗ੍ਹਾ ਚਾਹੀਦੀ ਆ। ਉਹ ਜਗ੍ਹਾ ਕਿੱਥੇ ਹੋਊਗੀ? ਬੈਕਟੀਰੀਆ ਵੀ ਹੋ ਸਕਦੀ ਆ, ਉਹ ਪਲਾਂਟ ਵੀ ਹੋ ਸਕਦੀ ਆ, ਉਹ ਐਨੀਮਲ ਵੀ ਹੋ ਸਕਦੀ ਆ। ਜੇ ਵਾਇਰਸ ਰਹੂਗਾ ਤਾਂ ਉਹ ਕਿੱਥੇ ਰਹੂਗਾ? ਬੈਕਟੀਰੀਆ ਦੇ ਵਿੱਚ, ਪਲਾਂਟ ਦੇ ਵਿੱਚ ਜਾਂ ਐਨੀਮਲ ਦੇ ਵਿੱਚ। ਕਲੀਅਰ ਆ? ਹੋਸਟ ਆਰਗੇਨਿਜ਼ਮ ਮਤਲਬ ਇੱਕ ਆਰਗੇਨਿਜ਼ਮ ਹੋ ਕੇ ਦੂਸਰੇ ਲਈ ਉਹ ਸ਼ੈਲਟਰ ਦਾ ਕੰਮ ਕਰ ਰਿਹਾ, ਦੂਸਰੇ ਨੂੰ ਉਹ ਰਹਿਣ ਦੀ ਜਗ੍ਹਾ ਦੇ ਰਿਹਾ, that is called host organism। some of viruses are shown in fig 2.5। common elements like cold, flu and most cough are caused by viruses। ਕਹਿੰਦੇ ਕਿ ਜਿਹੜੀ ਕੋਲਡ ਕਫ ਡਿਜ਼ੀਜ਼ ਹੁੰਦੀ ਹੈ ਜਾਂ ਫਲੂ ਹੁੰਦਾ ਉਹ ਕੀ ਹੈ ਵਾਇਰਸਿਸ ਦੀ ਵਜ੍ਹਾ ਨਾਲ ਹੁੰਦਾ। ਠੀਕ ਹੈ। ਸੀਰੀਅਸ ਡਿਜ਼ੀਜ਼ ਲਾਈਕ ਪੋਲੀਓ, ਚਿਕਨ ਪੌਕਸ ਆਰ ਆਲਸੋ ਕਾਜ਼ਡ ਬਾਈ ਵਾਇਰਸਿਸ। ਅਤੇ ਜਿਹੜੀਆਂ ਹੋਰ ਸੀਰੀਅਸ ਡਿਜ਼ੀਜ਼ ਹੋ ਗਈਆਂ ਜਿਵੇਂ ਪੋਲੀਓ ਹੋ ਗਿਆ, ਚਿਕਨ ਪੌਕਸ ਹੋ ਗਿਆ, ਉਹਦੇ ਵਿੱਚ ਵੀ ਜਿਹੜਾ ਵਾਇਰਸ ਕੀ ਆ ਰੋਲ ਪਲੇ ਕਰਦਾ, ਵਾਇਰਸਿਸ ਦੀ ਵਜ੍ਹਾ ਨਾਲ ਹੀ ਇਹ ਡਿਜ਼ੀਜ਼ ਕਾਜ਼ ਹੁੰਦੀ ਹੈ। ਕੀ ਆ ਮਲੇਰੀਆ ਅਤੇ ਦੂਸਰੀ ਡਿਜ਼ੀਜ਼ ਆ ਉਹ ਕਾਹਦੇ ਨਾਲ ਕਾਜ਼ ਹੁੰਦੀ ਹੈ? ਬਾਏ ਪ੍ਰੋਟੋਜ਼ੋਆ। ਵੇਅਰ ਇਜ਼ ਟਾਈਫਾਇਡ ਐਂਡ ਟਿਊਬਰਕਲੋਸਿਸ ਆਰ ਬੈਕਟੀਰੀਅਲ ਡਿਜ਼ੀਜ਼। ਅਤੇ ਜਿਹੜੀ ਟਾਈਫਾਇਡ ਅਤੇ ਟਿਊਬਰਕਲੋਸਿਸ ਜਿਹੜੀ ਡਿਜ਼ੀਜ਼ ਆ ਉਹ ਕਿ ਬੈਕਟੀਰੀਅਲ ਡਿਜ਼ੀਜ਼ ਆ, ਮਤਲਬ ਬੈਕਟੀਰੀਆ ਦੀ ਵਜ੍ਹਾ ਨਾਲ ਉਹ ਡਿਜ਼ੀਜ਼ ਹੁੰਦੀ ਆ। ਯੂ ਹੈਵ ਲਰਨਡ ਅਬਾਊਟ ਸਮ ਆਫ ਦੀਜ਼ ਮਾਈਕਰੋਬਸ ਇਨ ਕਲਾਸ 6th ਐਂਡ 7th। ਨੈਕਸਟ ਦੇ ਵਿੱਚ ਕੀ ਡਾਇਗਰਾਮ ਨੇ। ਫਸਟ ਦੇ ਵਿੱਚ ਬੈਕਟੀਰੀਆ ਦਿਖਾਏ ਹੋਏ ਆ ਜਿਵੇਂ ਰੋਡ ਸ਼ੇਪਡ ਬੈਕਟੀਰੀਆ, ਸਪਾਇਰਲ ਬੈਕਟੀਰੀਆ, ਇਹਨਾਂ ਦੇ ਆਕਾਰ ਅਪੀਅਰੈਂਸ ਨੂੰ ਦੇਖ ਕੇ ਇਹਨਾਂ ਦੇ ਨਾਮ ਰੱਖੇ ਹੁੰਦੇ ਨੇ। ਨੈਕਸਟ ਹੈਗੀ ਹੈ ਐਲਗੀ, ਪ੍ਰੋਟੋਜ਼ੋਆ। ਠੀਕ ਹੈ ਜੀ। ਨੈਕਸਟ ਫੰਗਸ।
ਇਹ ਡਾਇਗਰਾਮਸ ਤੁਹਾਨੂੰ ਸ਼ੋ ਨੇ। ਨੈਕਸਟ ਹੈਗਾ ਵੇਅਰ ਡੂ ਮਾਈਕਰੋ ਆਰਗੈਨਿਜ਼ਮ ਲਿਵ, ਕਹਿੰਦੇ ਜਿਹੜੇ ਇਹ ਮਾਈਕਰੋ ਆਰਗੈਨਿਜ਼ਮ ਆ ਇਹ ਕਿੱਥੇ ਰਹਿੰਦੇ ਨੇ। ਮਾਈਕਰੋ ਆਰਗੈਨਿਜ਼ਮ ਮੇ ਬੀ ਸਿੰਗਲ ਸੈੱਲ like bacteria, some algae and protozoa or multicellular such as algae and fungi। ਕਹਿੰਦੇ ਮਾਈਕਰੋ ਆਰਗੈਨਿਜ਼ਮ ਕੀ ਹੈ, ਮੇ ਬੀ ਸਿੰਗਲ ਸੈੱਲ, ਮਤਲਬ ਉਹ ਕਿ ਸਿੰਗਲ ਸੈੱਲ ਵੀ ਹੋ ਸਕਦੇ ਆ, ਮਤਲਬ ਉਹਨਾਂ ਦੀ ਬੋਡੀ ਦੇ ਵਿੱਚ ਜਿਹੜੇ ਸੈੱਲ ਆ ਉਹ ਕਿ ਇੱਕ ਹੀ ਪ੍ਰੈਜ਼ੈਂਟ ਹੋਊਗਾ। ਜੇ ਇੱਕ ਸੈੱਲ ਪ੍ਰੈਜ਼ੈਂਟ ਆ ਤਾਂ ਆਪਾਂ ਕਹਾਂਗੇ ਸਿੰਗਲ ਸੈੱਲ ਪ੍ਰੈਜ਼ੈਂਟ ਆ। ਜਿਵੇਂ ਕੀ ਹੋ ਗਿਆ, ਬੈਕਟੀਰੀਆ ਹੋ ਗਿਆ, ਬੈਕਟੀਰੀਆ ਕੀ ਆ, ਸਿੰਗਲ ਸੈੱਲ ਆ। ਨੈਕਸਟ ਐਲਗੀ ਹੋ ਗਈ ਅਤੇ ਪ੍ਰੋਟੋਜ਼ੋਆ ਹੋ ਗਿਆ। ਪਰ ਕਹਿੰਦੇ ਕੀ ਆ, ਇਹ ਨਹੀਂ ਹੈਗਾ ਵੀ ਹੁਣ ਸਾਰੀਆਂ ਐਲਗੀ, ਪ੍ਰੋਟੋਜ਼ੋਆ, ਬੈਕਟੀਰੀਆ ਸਾਰੇ ਸਿੰਗਲ ਸੈੱਲ ਹੋਣਗੇ, ਨਹੀਂ, ਕੁਛ ਸਿੰਗਲ ਸੈੱਲ ਹੋਣਗੇ ਪਰ ਕੁਛ ਕੀ ਆ ਮਲਟੀ ਸੈਲੂਲਰ ਹੋਣਗੇ। ਮਲਟੀ ਸੈਲੂਲਰ ਮਤਲਬ ਜਿਹਦੇ 'ਚ ਇੱਕ ਸੈੱਲ ਤੋਂ ਜ਼ਿਆਦਾ ਸੈੱਲ ਪ੍ਰੈਜ਼ੈਂਟ ਹੁੰਦੇ ਆ। ਦੇ ਕੈਨ ਲਿਵ ਅੰਡਰ ਆਲ ਟਾਈਪਸ ਆਫ ਇਨਵਾਇਰਮੈਂਟ ਰੇਂਜਿੰਗ ਫਰੋਮ ਆਈਸ ਕੋਲਡ ਕਲਾਈਮੇਟ ਟੂ ਹੌਟ ਸਪਰਿੰਗ ਐਂਡ ਡੈਜ਼ਰਟਸ ਟੂ ਮਾਰਸ਼ੀ ਲੈਂਡਸ। ਕਹਿੰਦੇ ਜਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਇਹ ਸਾਰੇ ਇਨਵਾਇਰਮੈਂਟ ਦੇ ਵਿੱਚ ਹੀ ਪ੍ਰੈਜ਼ੈਂਟ ਹੁੰਦੇ ਆ, ਚਾਹੇ ਤਾਂ ਉਹ ਬਹੁਤ ਜ਼ਿਆਦਾ ਸਰਦੀ ਹੋਵੇ ਜਾਂ ਬਹੁਤ ਜ਼ਿਆਦਾ ਗਰਮੀ ਹੋਵੇ, ਡੈਜ਼ਰਟਸ ਹੋਣ ਮਤਲਬ ਮਾਰੂਥਲ ਰੇਤਲਾ ਥਾਂ ਹੋਵੇ, ਚਾਹੇ ਮਾਰਸ਼ੀ ਲੈਂਡ ਮਤਲਬ ਦਲਦਲੀ ਜਗ੍ਹਾ। ਦੇ ਆਰ ਆਲਸੋ ਫਾਊਂਡ ਇਨਸਾਈਡ ਦਾ ਬੋਡੀ ਆਫ ਐਨੀਮਲਸ ਇਨਕਲੂਡਿੰਗ ਹਿਊਮਨਸ। ਜਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਉਹ ਕੀ ਆ, ਹਿਊਮਨਸ ਅਤੇ ਜਿਹੜੇ ਹੋਰ ਸਾਰੇ ਜਾਨਵਰ ਆ ਉਹਨਾਂ ਦੇ ਅੰਦਰ ਵੀ ਪ੍ਰੈਜ਼ੈਂਟ ਹੁੰਦੇ ਆ। ਸਮ ਮਾਈਕਰੋ ਆਰਗੈਨਿਜ਼ਮਸ ਗਰੋ ਔਨ ਅਦਰ ਆਰਗੈਨਿਜ਼ਮ ਵਾਈਲ ਅਦਰ ਐਗਜ਼ਿਸਟ ਫਰੀਲੀ। ਉਹੀ ਹੋ ਗਿਆ ਵੀ ਹੋਰ ਵੀ ਬਹੁਤ ਸਾਰੇ ਆਰਗੈਨਿਜ਼ਮ ਦੇ ਵਿੱਚ ਇਹ ਪ੍ਰੈਜ਼ੈਂਟ ਹੁੰਦੇ ਆ। ਮਾਈਕਰੋ ਆਰਗੈਨਿਜ਼ਮ ਐਂਡ ਅਸ, ਮਾਈਕਰੋ ਆਰਗੈਨਿਜ਼ਮ play an important role in our lives. Some of them are beneficial in many ways, whereas some others are harmful and cause disease. Let us study about them in detail। ਕਹਿੰਦੇ ਜਿਹੜੇ ਮਾਈਕਰੋ ਆਰਗੈਨਿਜ਼ਮ ਹੁੰਦੇ ਆ ਉਹਨਾਂ ਦਾ ਕੀ ਸਾਡੀ ਜ਼ਿੰਦਗੀ ਦੇ ਬਹੁਤ ਇੰਪੋਰਟੈਂਟ ਰੋਲ ਹੈਗਾ। ਕਿਵੇਂ, ਇਹਨਾਂ ਵਿੱਚੋਂ ਕਹਿੰਦੇ ਸਮ ਆਫ ਦੈਮ ਆਰ ਬੈਨੀਫਿਸ਼ੀਅਲ, ਜਿਹੜੇ ਸਮ ਮਾਈਕਰੋ ਮਤਲਬ ਥੋੜ੍ਹੇ ਮਾਈਕਰੋ ਆਰਗੈਨਿਜ਼ਮ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕਿ ਸਾਡੇ ਲਈ ਬੈਨੀਫਿਸ਼ੀਅਲ ਮਤਲਬ ਲਾਭਦਾਇਕ ਹੁੰਦੇ ਆ, ਅਤੇ ਕੁਛ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕਿ ਹਾਰਮਫੁਲ ਮਤਲਬ ਸਾਡੇ ਲਈ ਹਾਨੀਕਾਰਕ ਹੁੰਦੇ ਆ। ਕਿਉਂਕਿ ਉਹ ਕਿ ਸਾਨੂੰ ਬਿਮਾਰੀ ਲਾਉਂਦੇ ਆ। ਤਾਂ ਹੁਣ ਆਪਾਂ ਪੜ੍ਹਦੇ ਹਾਂ ਜੀ ਫਰੈਂਡਲੀ ਮਾਈਕਰੋ ਆਰਗੈਨਿਜ਼ਮ। ਮਾਈਕਰੋ ਆਰਗੈਨਿਜ਼ਮ ਆਰ ਯੂਜ਼ਡ ਫॉर वेरियस पर्पस। ਦੇ ਆਰ ਯੂਜ਼ਡ ਇਨ ਦਾ ਪ੍ਰੈਪਰੇਸ਼ਨ ਆਫ ਕਰਡ, ਬ੍ਰੈਡ ਐਂਡ ਕੇਕ। ਫਰੈਂਡਲੀ ਮਾਈਕਰੋ ਆਰਗੈਨਿਜ਼ਮ ਮਤਲਬ ਉਹ ਮਾਈਕਰੋ ਆਰਗੈਨਿਜ਼ਮ ਜਿਹੜੇ ਕੀ ਆ ਸਾਨੂੰ ਕੋਈ ਨਾ ਕੋਈ ਬੈਨੀਫਿਟ ਹੀ ਦੇਣਗੇ, ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। ਠੀਕ ਹੈ ਜੀ। ਕਹਿੰਦੇ ਕਿ ਆਪਾਂ ਮਾਈਕਰੋ ਆਰਗੈਨਿਜ਼ਮ ਨੂੰ ਬਹੁਤ ਸਾਰੇ ਪਰਪਸ ਲਈ ਯੂਜ਼ ਕਰਦੇ ਹਾਂ। ਕਿਵੇਂ, ਕਹਿੰਦੇ ਕਿ ਆ ਦਹੀਂ ਬਣਾਉਣ ਲਈ, ਬ੍ਰੈਡ ਬਣਾਉਣ ਲਈ, ਕੇਕ ਬਣਾਉਣ ਲਈ, ਇਹਨਾਂ ਵਿੱਚ ਕੀ ਆ ਬਹੁਤ ਸਾਰੇ ਮਾਈਕਰੋ ਆਰਗੈਨਿਜ਼ਮ ਯੂਜ਼ ਹੁੰਦੇ ਆ। ਦੇ ਆਰ ਆਲਸੋ ਯੂਜ਼ਡ ਇਨ ਕਲੀਨਿੰਗ ਅਪ ਆਫ ਦਾ ਇਨਵਾਇਰਮੈਂਟ। ਹੁਣ ਇਹਨਾਂ ਨੇ ਕੀ ਕਿਹਾ ਵੀ ਇਨਵਾਇਰਮੈਂਟ ਨੂੰ ਕਲੀਨ ਰੱਖਣ ਦੇ ਵਿੱਚ ਵੀ ਇਹ ਹੈਲਪਫੁਲ ਹੁੰਦੇ ਆ। ਕਿਉਂ ਹੁੰਦੇ ਆ ਹੈਲਪਫੁਲ? ਫੋਰ ਐਗਜ਼ਾਮਪਲ the organic waste are broken down into harmless and usable substance by bacteria। ਕਹਿੰਦੇ ਕਿ ਜਿਹੜੇ ਔਰਗੈਨਿਕ ਵੇਸਟ ਹੁੰਦੇ ਆ ਜਿਹਦੇ ਵਿੱਚ ਵੈਜੀਟੇਬਲ ਪੀਲਸ ਆ ਜਾਂਦੇ ਆ, ਠੀਕ ਹੈ ਜੀ, ਰਿਮੇਨਸ ਆਫ ਐਨੀਮਲਸ ਆ ਜਾਂਦੇ ਆ, ਫੀਕਸ ਹੋ ਜਾਂਦਾ, ਜਿਹੜੇ ਕੀ ਆ ਔਰਗੈਨਿਕ ਹੁੰਦੇ ਆ ਮਤਲਬ ਜਿਹੜੇ ਬ੍ਰੇਕਡਾਊਨ ਹੋ ਜਾਂਦੇ ਆ ਈਜ਼ਲੀ, ਤਾਂ ਜਿਹੜੇ ਬੈਕਟੀਰੀਆ ਉਹਨੂੰ ਕੀ ਆ ਹਾਰਮਫੁਲ ਮਤਲਬ ਯੂਜ਼ੇਬਲ ਚੀਜ਼ ਦੇ ਵਿੱਚ ਮੇਨਲੀ ਕੀ ਮਨਿਓਰ ਖਾਦ ਦੇ ਵਿੱਚ ਕਨਵਰਟ ਕਰ ਦਿੰਦੇ ਆ। ਰੀਕਾਲ ਦੈਟ ਬੈਕਟੀਰੀਆ ਆਰ ਆਲਸੋ ਯੂਜ਼ਡ ਇਨ ਦਾ ਪ੍ਰੈਪਰੇਸ਼ਨ ਆਫ ਮੈਡੀਸਨਸ। ਕਹਿੰਦੇ ਇਹ ਵੀ ਯਾਦ ਰੱਖੋ ਵੀ ਜਿਹੜਾ ਬੈਕਟੀਰੀਆ ਹੁੰਦਾ ਗਾ ਉਹ ਕਾਹਦੇ ਲਈ ਯੂਜ਼ ਹੁੰਦਾ, ਮੈਡੀਸਨ ਦੀ ਪ੍ਰੈਪਰੇਸ਼ਨ ਦੇ ਵਿੱਚ ਵੀ ਯੂਜ਼ ਹੁੰਦਾ। ਨੈਕਸਟ, ਇਨ ਐਗਰੀਕਲਚਰ ਦੇ ਆਰ ਯੂਜ਼ਡ ਟੂ ਇਨਕਰੀਜ਼ ਸੋਇਲ ਫਰਟੀਲਿਟੀ ਬਾਈ ਫਿਕਸਿੰਗ ਨਾਈਟ੍ਰੋਜਨ। ਜੇ ਆਪਾਂ ਐਗਰੀਕਲਚਰ ਖੇਤੀਬਾੜੀ ਨਾਲ ਗੱਲ ਕਰੀਏ ਤਾਂ ਜਿਹੜੀ ਸੋਇਲ ਫਰਟੀਲਿਟੀ ਮਤਲਬ ਜਿਹੜੀ ਉਹਦੀ ਉਪਜਾਊ ਸ਼ਕਤੀ ਆ ਉਹਨੂੰ ਕੀ ਆ ਵਧਾਉਂਦਾ, ਇਨਕਰੀਜ਼ ਮਤਲਬ ਵਧਾਉਂਦਾ, ਕਿਵੇਂ, ਨਾਈਟ੍ਰੋਜਨ ਦੀ ਅਮਾਊਂਟ ਨੂੰ ਫਿਕਸ ਰੱਖ ਕੇ। ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਅਤੇ ਨੈਕਸਟ ਜਿਹੜਾ ਪਾਰਟ 2 ਜਲਦੀ ਆਊਗਾ ਇਹਦਾ। ਅਤੇ ਜੇ ਸਮਝ ਆਈ, ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।